Good morning, ninth class. Yesterday we have done the theorems related to the chapter quadrilaterals. Today we will do few examples. So first example is show that each angle of a rectangle is a right angle. Rectangle ਦੇ ਚਾਰੋਂ ਐਂਗਲਸ ਨੇ ਜਿਹੜੇ ਉਹ 90 ਡਿਗਰੀ ਦੇ ਹੁੰਦੇ ਆ. ਵੀ ਹੈਵ ਟੂ ਪ੍ਰੂਵ ਦਿਸ ਥਿੰਗ. ਠੀਕ ਹੈ. ਸੋ ਫਸਟਲੀ ਵਾਟ ਵੀ ਵਿਲ ਡੂ, ਵੀ ਵਿਲ ਮੇਕ ਅ ਰੈਕਟੈਂਗਲ. ਠੀਕ ਹੈ. ਹੁਣ ਮੈਂ ਇੱਕ ਰੈਕਟੈਂਗਲ ਬਣਾ ਲਿਆ. ਇਹਨੂੰ ਮੈਂ ਨਾਮ ਦਿੱਤਾ ਬੇਟੇ ABCD. ਰੈਕਟੈਂਗਲ ਦੀ ਪ੍ਰੋਪਰਟੀ ਕੀ ਹੁੰਦੀ ਹੈ? ਰੈਕਟੈਂਗਲ ਦੀ ਪ੍ਰੋਪਰਟੀ ਕੀ ਹੁੰਦੀ ਹੈ ਬੇਟੇ? ਕਿ ਰੈਕਟੈਂਗਲ is a parallelogram in which one angle is of 90 degree. ਠੀਕ ਹੈ ਨਾ. ਰੈਕਟੈਂਗਲ ਇੱਕ ਇੱਦਾਂ ਦਾ ਪੈਰਲੋਗ੍ਰਾਮ ਹੈ ਜਿਹਦਾ ਇੱਕ ਐਂਗਲ ਜਿਹੜਾ ਹੁੰਦਾ ਹੈ ਉਹ 90 ਡਿਗਰੀ ਦਾ ਹੁੰਦਾ ਹੈ. ਇਟ ਮੀਨਸ ਵਾਟ ਇਜ਼ ਗਿਵਨ ਟੂ ਅਸ. ਅਸੀਂ ਲਿਖਾਂਗੇ ਸਾਨੂੰ ਕੀ ਗਿਵਨ ਹੈ? ਸਾਨੂੰ ਇਹ ਗਿਵਨ ਹੈ ਕਿ ABCD is a rectangle. ABCD is a rectangle in which angle A, this angle A is equals to 90 degree. ਅਸੀਂ ਪ੍ਰੂਵ ਕੀ ਕਰਨਾ ਹੈ? ਅਸੀਂ ਇਹ ਪ੍ਰੂਵ ਕਰਨਾ ਹੈ ਕਿ ਐਂਗਲ B, ਐਂਗਲ C, ਐਂਗਲ D ਇਹ ਵੀ 90 ਡਿਗਰੀ ਦੇ ਨੇ. ਠੀਕ ਹੈ ਨਾ. ਅਸੀਂ ਇਹ ਚੀਜ਼ ਪ੍ਰੂਵ ਕਰਨੀ ਹੈ. ਤਾਂ ਇਹਦੇ ਲਈ ਬੇਟੇ ਹੁਣ ਆਪਾਂ ਪ੍ਰੂਫ ਸਟਾਰਟ ਕਰੀਏ. ਆਪਾਂ ਕਹਾਂਗੇ ਕਿ ਜੇ ਇਹ ਪੈਰਲੋਗ੍ਰਾਮ ਹੈ, ਕੁਆਡਰੀਲੇਟਰਲ 'ਚ ਆਪਾਂ ਪੈਰਲੋਗ੍ਰਾਮ ਦੀਆਂ ਪ੍ਰੋਪਰਟੀਜ਼ ਡਿਸਕਸ ਕੀਤੀਆਂ ਨੇ ਨਾ. ਆਪਾਂ ਕਹਾਂਗੇ ਕਿ AD ਇਜ਼ ਪੈਰਲਲ ਟੂ BC. AD ਐਂਡ BC ਇਜ਼ ਪੈਰਲਲ. ਠੀਕ ਹੈ. ਰੈਕਟੈਂਗਲ 'ਚ ਵੀ ਪੈਰਲਲ ਹੀ ਹੁੰਦੀਆਂ ਨੇ. ਠੀਕ ਹੈ. AD ਇਜ਼ ਪੈਰਲਲ ਟੂ BC ਐਂਡ ਜਿਹਨੂੰ ਆਪਾਂ ਐਕਸਟੈਂਡ ਕਰ ਦਈਏ ਲਾਈਕ ਦਿਸ ਤਾਂ AB ਇਜ਼ ਐਕਟਿੰਗ ਐਜ਼ ਅ ਟਰਾਂਸਵਰਸਲ. ਠੀਕ ਹੈ. ਐਂਡ AB ਇਜ਼ ਅ ਟਰਾਂਸਵਰਸਲ ਲਾਈਨ. ਠੀਕ ਹੈ ਨਾ. ਇਟ ਮੀਨਸ ਜੇ ਦੋ ਪੈਰਲਲ ਲਾਈਨਸ ਦੇ ਵਿਚਾਲੇ ਇੱਕ ਟਰਾਂਸਵਰਸਲ ਲਾਈਨ ਜਾਂਦੀ ਹੈ, ਦਿਸ ਇੰਪਲਾਈਜ਼ ਦੈਟ ਐਂਗਲ A ਪਲਸ ਐਂਗਲ B ਇਜ਼ ਇਕੁਅਲਸ ਟੂ 180 ਡਿਗਰੀ. ਐਂਗਲ A ਪਲਸ ਐਂਗਲ B 180 ਡਿਗਰੀ. ਵਾਟ ਇਜ਼ ਦ ਰੀਜ਼ਨ? ਰੀਜ਼ਨ ਕੀ ਹੋਏਗਾ ਬੇਟੇ ਇਹਦਾ? ਬਿਕੋਜ਼ ਇੰਟੀਰੀਅਰ ਐਂਗਲਸ ਔਨ ਦੀ ਸੇਮ ਸਾਈਡ ਆਫ ਟਰਾਂਸਵਰਸਲ. ਦੇਖੋ ਆਪਾਂ ਇੱਦਾਂ ਕਰਦੇ ਸੀਗੇ ਨਾ, ਦੋ ਪੈਰਲਲ ਲਾਈਨਸ ਨੇ, ਇੱਕ ਟਰਾਂਸਵਰਸਲ ਲਾਈਨ ਕੱਟ ਕਰਦੀ ਹੈ ਤਾਂ ਦਿਸ ਐਂਗਲ ਐਂਡ ਦਿਸ ਐਂਗਲ ਵਿਲ ਬੀ ਆਫ 180 ਡਿਗਰੀ. ਠੀਕ ਹੈ. ਐਂਗਲਸ ਔਨ ਦੀ ਸੇਮ ਸਾਈਡ ਆਫ ਟਰਾਂਸਵਰਸਲ. ਸੋ angles, sum of angles on the same side of transversal, ਜਾਂ ਇਹਨੂੰ ਆਪਾਂ ਹੋਰ ਕੀ ਨਾਮ ਦਿੰਦੇ ਹੁੰਦੇ ਆ? ਕੰਜ਼ੈਕਟਿਵ ਐਂਗਲਸ ਵੀ ਕਹਿ ਦਿੰਦੇ ਆ. ਠੀਕ ਹੈ ਨਾ. ਇਹਨਾਂ ਨੂੰ ਸ਼ਾਰਟਕਟ 'ਚ ਆਪਾਂ ਕੰਜ਼ੈਕਟਿਵ ਐਂਗਲਸ ਵੀ ਕਹਿ ਦਿੰਦੇ ਆ. ਨਾਓ ਐਂਗਲ A ਇਜ਼ ਆਫ 90 ਡਿਗਰੀ ਸਾਨੂੰ ਗਿਵਨ ਹੈ. ਇਟ ਮੀਨਸ 90 ਡਿਗਰੀ ਪਲਸ ਐਂਗਲ B ਇਜ਼ ਇਕੁਅਲਸ ਟੂ 180 ਡਿਗਰੀ. This implies that angle B is equals to 180 minus 90 degree. That is angle B कितने डिग्री का हो गया? 90 डिग्री का. Further, opposite angles of parallelogram are equal. ठीक है. It means angle B is equals to angle D, angle A is equals to angle C. ठीक है ना. Angle B is equals to angle D and angle A is equals to angle C. What is the reason? Opposite angles of parallelogram are equal. Opposite angles of parallelogram are equal. ਜੇ opposite angles equal ਨੇ, this implies that angle A, angle B, angle C, angle D ਚਾਰੋਂ ਹੀ angles ਕਿੰਨੇ ਡਿਗਰੀ ਦੇ ਹੋ ਗਏ? 90 ਡਿਗਰੀ ਦੇ. ठीक है. This implies each angle of rectangle is of 90 degree. Yeah, is right angle. Each angle of rectangle is right angle या is of 90 degree. ਆਪਾਂ ਦੋਨੇ ਤਰੀਕੇ ਨਾਲ ਕਹਿ ਸਕਦੇ ਹਾਂ. ਠੀਕ ਹੈ ਜੀ. Next, moving to example number 2. Show that the diagonals of the rhombus are perpendicular to each other.
ਹੁਣ ਅਸੀਂ ਕੀ ਬਣਾਵਾਂਗੇ ਰੋਮਬਸ, ਕਿਉਂਕਿ ਇੱਥੇ ਸਾਡੇ ਕੋਲੇ ਕੀ ਗੱਲ ਹੋ ਰਹੀ ਹੈ ਰੋਮਬਸ ਦੀ। ਠੀਕ ਹੈ, ਦਿਸ ਇਜ਼ ਅ ਰੋਮਬਸ ਰਾਈਟ, ਐਂਡ these are its diagonals. Let me name it A, B, C, D and this intersecting point as a O. What is given to us? Rhombus. ठीक है, ਤਾਂ ਸਾਨੂੰ ਕੀ ਗਿਵਨ ਹੈ ABCD is a rhombus. ਰੋਮਬਸ ਦੀ ਕੀ ਪ੍ਰੋਪਰਟੀ ਹੁੰਦੀ ਹੈ ਬੇਟੇ? ਰੋਮਬਸ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਕਿ all the sides are equal, AB is equals to BC is equals to CD is equals to DA. This implies मैं वही लिख रही ਹਾਂ जो ਆਪਾਂ ਨੂੰ ਪ੍ਰੋਪਰਟੀਜ਼ ਪਤਾ ਨੇ। AB is equals to BC is equals to CD is equals to DA. ਸੈਕੰਡਲੀ ਰੋਮਬਸ ਦੀ ਕੀ ਪ੍ਰੋਪਰਟੀ ਹੁੰਦੀ ਹੈ ਕਿ ਜਿਹੜੇ ਇਹਦੇ ਡਾਇਗਨਲਸ ਨੇ ਉਹ ਬਾਈਸੈਕਟ ਕਰਦੇ ਹੁੰਦੇ ਆ ਇੱਕ ਦੂਸਰੇ ਨੂੰ। ਇਟ ਮੀਨਸ OA is equals to OC and OB is equals to OD. Also OA is equals to OC and OB is equals to OD. This is according to the properties of a rhombus. ਸਾਨੂੰ ਕੀ ਕਹਿ ਰਹੇ ਆ ਉਹ ਕਿ diagonals of rhombus are perpendicular to each other. ਅਸੀਂ ਇਹ ਪ੍ਰੂਵ ਕਰਨਾ ਹੈ ਕਿ this angle and this angle is of 90 degree. ਠੀਕ ਹੈ, ਪ੍ਰੋਪਰਟੀਜ਼ ਦੇ ਅਕੋਰਡਿੰਗ ਵੈਸੇ ਸਾਨੂੰ ਇਹ ਵੀ ਪਤਾ ਹੈ ਬਟ ਅਸੀਂ ਪ੍ਰੂਵ ਕਰਨਾ ਹੈ। ਕੀ ਪ੍ਰੂਵ ਕਰਨਾ ਅਸੀਂ? ਟੂ ਪ੍ਰੂਵ, ਅਸੀਂ ਇਹ ਪ੍ਰੂਵ ਕਰਨਾ ਹੈ ਕਿ ਐਂਗਲ AOD is equals to 90 degree. This angle is of 90. ਜੇ 90 ਦਾ ਹੋਊਗਾ ਤਾਂ ਇਹ ਤਾਂ ਆਟੋਮੈਟਿਕਲੀ 90 ਡਿਗਰੀ ਦਾ ਹੋ ਹੀ ਜਾਣਾ, ਠੀਕ ਹੈ ਨਾ। ਨੌ ਪ੍ਰੂਫ ਦੇ ਵਿੱਚ ਆਪਾਂ ਕੀ ਕਹਾਂਗੇ ਬੇਟੇ, ਅਸੀਂ ਆਹ ਵਾਲਾ ਔਰ ਆਹ ਵਾਲਾ ਟ੍ਰਾਇੰਗਲ ਲੈ ਲਾਂਗੇ, both of these triangles in triangle AOD and COD. ठीक है, in triangle AOD and triangle COD. ਇਹਨਾਂ ਦੋਨੋਂ ਟ੍ਰਾਇੰਗਲਸ ਦੇ ਵਿੱਚ ਬੇਟੇ ਧਿਆਨ ਨਾਲ ਦੇਖੋ। ਫਸਟਲੀ OA is equals to OC ਗਿਵਨ ਹੈ ਸਾਨੂੰ, ਠੀਕ ਹੈ। ਰੀਜ਼ਨ ਵੀ ਦੇਵਾਂਗੇ ਨਾਲ, ਬਿਕੋਜ਼ ਡਾਇਗਨਲਸ ਆਫ ਰੋਮਬਸ ਬਾਈਸੈਕਟ ਈਚ ਅਦਰ। ਠੀਕ ਹੈ, ਇਹ ਡਾਇਗਨਲਸ ਆਫ ਪੈਰਲੋਗ੍ਰਾਮ ਆਲਸੋ ਬਾਈਸੈਕਟ ਈਚ ਅਦਰ, ਇੱਥੇ ਵਰਡ ਆਪਾਂ ਪੈਰਲੋਗ੍ਰਾਮ ਯੂਜ਼ ਕਰਾਂਗੇ। ਸੈਕੰਡਲੀ AD is equals to CD. It is also given to us. All sides of parallelogram rhombus are equal. Thirdly OD is equals to OD, common side. ठीक है, ਹੁਣ ਜੋ ਮੈਂ ਬੋਲਿਆ ਉਹੀ ਮੈਂ ਦੁਬਾਰਾ ਲਿਖ ਰਹੀ ਹਾਂ ਇੱਥੇ। ਫਸਟਲੀ OA is equals to OC, diagonals bisect each other. ठीक है ना, diagonals of rhombus bisect each other. Secondly OD is equals to OD because it is a common side. And thirdly AD is equals to CD, or we can say CD is equals to DA. given है सानू rhombus है, ठीक है, all sides are equal. Therefore by side 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 rule, तीनों साइड्स ने ना, therefore by side 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 rule triangle AOD is congruent to triangle COD. जे दोनों triangles congruent ने, it means this angle and this angle are also equal. This implies angle AOD plus angle COD, angle AOD is equals to angle COD by CPCT. ठीक है ना, पहला ਆਪਾਂ एंगल्स ਨੂੰ equal कर देंगे कि this angle is equals to this angle. Further बेटे AC is a line, it means both of these angles ਨੂੰ ਜੇ ਅਸੀਂ plus ਕਰੀਏ it will be linear pair. Also angle AOD plus angle COD is equals to 180 degree, linear pair बन रहा, ठीक है। बट दोनों इक्वल ने, इट मीन्स कि मैं लिख सकती हाँ 2 times एंगल AOD is equals to 180 degree. 2 on the 2, 290 the 180. This implies angle AOD is equals to 90 degree. यही चीज़ असी प्रूव करनी सी ना, angle AOD is equals to 90 degree, hence proved. ठीक है, this implies diagonals of rhombus are
परपेंडिकुलर टू ईच अदर। जो स्टेटमेंट अपनी क्वेश्चन दी आ उही स्टेटमेंट तुसीं एंड ते लिख देनी है, ठीक है। नेक्स्ट मूविंग टू एग्जाम्पल नंबर 4, इट इज़ 2 पैरेलल लाइन्स L and M आर इंटरसैक्टेड बाय अ ट्रांसवर्सल P। फिगर बनी हुई है बेटे तुहाडी बुक दे विच, मैं भी उसी तरीके की फिगर बना रही हाँ। कि बोल रहे हैं 2 पैरेलल लाइन्स L and M। दिस इज़ अ लाइन L, दिस इज़ अ लाइन M। L and M आर पैरेलल, इंटरसेक्टेड बाय ट्रांसवर्सल P। कोई लाइन है P, ठीक है, जो एज अ ट्रांसवर्सल एक्ट कर रही है। then show that the quadrilateral formed by the bisectors of interior angles। ਹੁਣ इंटीरियर एंगल किहड़े ने, this one, this one, this one and this one। कहते ਜਿਹੜੇ ਇਹਨਾਂ ਦੇ ਬਾਈਸੈਕਟਰਸ ਨੇ, ਠੀਕ ਹੈ, ਜਦੋਂ ਉਹਨਾਂ ਨੂੰ ਅਸੀਂ ਜੋੜਦੇ ਹਾਂ ਤਾਂ ਰੈਕਟੈਂਗਲ ਬਣਦਾ। ਇਟ ਮੀਨਸ ਦੇਖੋ ਇਹਦਾ ਬਾਈਸੈਕਟਰ ਹੋ ਗਿਆ ਲਾਈਕ ਦਿਸ, ਇਹਦੇ ਸੈਂਟਰ 'ਚੋਂ ਪਾਸ ਹੋਊਗਾ। ਇਹਦਾ ਬਾਈਸੈਕਟਰ ਜਿਹੜਾ ਇਹਦੇ ਸੈਂਟਰ 'ਚੋਂ ਪਾਸ ਹੋਏਗਾ ਲਾਈਕ दिस, ठीक है। बाइसैक्टर का मतलब की हो गया कि दिस एंगल इज इक्वल्स टू दिस एंगल, दिस एंगल इज इक्वल्स टू दिस एंगल, ठीक है ना। नाम दे सकते हैं इनू 1 2 3 4। नाउ एदा बाइसैक्टर बेटे लाइक दिस, इट मीन्स 5, दिस इज एंगल 6 एंड एदा बाइसैक्टर लाइक दिस, इनू आपां नाम दे सकते हैं 7 8। नाउ अकॉर्डिंग टू क्वेश्चन सानू की गिवन है और असी की प्रूव करना है। व्हाट इज़ गिवन टू अस, सानू ये गिवन है कि L इज़ पैरेलल टू M फर्स्टली, ठीक है, एंड P इज़ ट्रांसवर्सल, एंड P इज़ अ ट्रांसवर्सल लाइन, ठीक है जी। बेटा लेट मी नेम दिस ABCD। जो बिच जो हुण बेटे ये बन गया क्वाड्रीलेटरल, वी हैव टू प्रूव दैट इट इज़ अ रैक्टेंगल। ये रैक्टेंगल है, मीनस सानू की प्रूव करना पएगा। पहली गल सानू ये प्रूव करनी पैनी है कि ऑपोजिट साइड्स आर पैरेलल टू ईच अदर। सैकेंडली आई हैव टू प्रूव दैट एंगल्स आर ऑफ 90 डिग्री। जे मैं एक एंगल भी 90 डिग्री का प्रूव कर दिनी हाँ, इट मीनस जी फस्ट एग्जाम्पल किया सी, जे एक भी एंगल क्वाड्रीलेटरल का 90 डिग्री है, इट मीनस कि चारों एंगल 90 डिग्री के हो जाएंगे, दैट इज़ इट इज़ अ रैक्टेंगल, ठीक है। सो A B C D, ठीक है, दिस इज़ ABCD। और जो लाइन L है बेटे इनू भी असी नाम दे रहे हैं, दिस इज़ पॉइंट P, दिस इज़ पॉइंट S समवेयर हियर, दिस इज़ पॉइंट Q एंड दिस इज़ पॉइंट R, ठीक है जी। नाउ इट मीन्स सानू की गिवन है कि PS इज़ पैरेलल टू QR, ठीक है, चाहे L इज़ पैरेलल टू M लिखता, एंड दिस इज़ अ ट्रांसवर्सल। असी की प्रूव करना है बेटे, वी हैव टू प्रूव दैट ABCD इज़ अ rectangle। We have to prove that ABCD is a rectangle, ठीक है। सानू की चीज़ गिवन सी कि दीज आर बाइसैक्टर्स, ठीक है ना। हुण सानू ये भी गिवन है बेटे, इत्थे लिख देनी है गिवन च एंगल 1 इज़ इक्वल्स टू एंगल 2, एंगल 3 इज़ इक्वल्स टू एंगल 4, उहदे अकॉर्डिंग ही असी कंस्ट्रक्शन की है ना। एंगल 5 इज़ इक्वल्स टू एंगल 6 एंड एंगल 7 इज़ इक्वल्स टू एंगल 8। वाई? बिकॉज AB BC CD DA आर एंगल बाइसेक्टर्स, ठीक है, बिकॉज AB BC CD
DA are एंगल बाइसैक्टर्स, एंगल्स ਨੂੰ ਬਾਈਸੈਕਟ ਕਰਨ ਵਾਲੀਆਂ ਲਾਈਨਸ ਨਹੀਂ। ਠੀਕ ਹੈ ਜੀ। ਨਾਓ ਹੁਣ ਅਸੀਂ ਬੇਟੇ ਪ੍ਰੂਵ ਕਰਨਾ ਹੈ। ਹਾਊ ਵਿਲ ਵੀ ਪ੍ਰੂਵ? ਅਸੀਂ ਕਹਾਂਗੇ ਐਂਗਲ, ਇੱਥੋਂ ਸਟਾਰਟ ਕਰਾਂਗੇ ਬੇਟੇ। ਆਪਾਂ ਕਹਾਂਗੇ ਕਿ ਐਂਗਲ PAC ਇਜ਼ ਇਕੁਅਲਸ ਟੂ ਐਂਗਲ ACR। ਜਦੋਂ ਵੀ ਕੋਈ ਦੋ ਲਾਈਨਸ ਇੱਦਾਂ ਪੈਰਲਲ ਨੇ, ट्रांसवर्सल लाइन एक्ट कर रही है, दिस एंगल इज इक्वल टू दिस एंगल, रीजन इज अल्टरनेट इंटीरियर एंगल्स। ठीक है, तो आप इतने कहांगे बेटे कि एंगल PAC, ठीक है, या एंगल 1 प्लस एंगल 2 भी लिख सकती सी मैं, इज इक्वल्स टू एंगल ACR। एंगल ACR, व्हाट इज द रीजन? अल्टरनेट इंटीरियर एंगल्स। ਇਹਦਾ ਮਤਲਬ ਜੇ ਅਸੀਂ ਇਹਨਾਂ ਦਾ ਹਾਫ ਕਰ ਦਈਏ, ਹਾਫ ਆਫ ਐਂਗਲ PAC ਇਜ਼ ਇਕੁਅਲਸ ਟੂ ਹਾਫ ਆਫ ਐਂਗਲ ACR, ਉਹਦਾ ਹਾਫ ਵੀ ਆਪਸ 'ਚ ਇਕੁਅਲ ਹੋਏਗਾ। ਦਿਸ ਇੰਪਲਾਈਜ਼ ਉਹਦਾ ਹਾਫ ਕਿਹਦੇ ਬਰਾਬਰ ਹੈ? ਐਂਗਲ BAC, ਜਿਹਨੂੰ ਮੈਂ ਐਂਗਲ 2 ਵੀ ਨਾਮ ਦਿੱਤਾ ਹੋਇਆ, ਐਂਡ ਐਂਗਲ ACD, ਜਿਹਨੂੰ ਮੈਂ ਨਾਮ ਦਿੱਤਾ ਐਂਗਲ 5। ਦਿਸ ਇੰਪਲਾਈਜ਼ ਐਂਗਲ 2 ਇਜ਼ ਇਕੁਅਲਸ ਟੂ ਐਂਗਲ 5। ठीक है, जे एंगल 2 एंगल 5 के इक्वल है और जो लाइन P है वो एज अ ट्रांसवर्सल एक्ट कर रही है, दिस इंप्लाइज दैट AB इज पैरेलल टू CD, ताही वो अल्टरनेट इंटीरियर एंगल इक्वल हो गए ना। जे एंगल 2 इज इक्वल टू एंगल 5, दिस इंप्लाइज दैट AB इज पैरेलल टू CD। ठीक है, नाउ अगेन मैं कह सकती हाँ कि एंगल QCA इज इक्वल्स टू एंगल CAS। एंगल QCA इज इक्वल्स टू एंगल CAS। What is the reason again? Alternate interior angles। ठीक है ना, alternate interior angles है ना, this angle, now this angle is equals to this angle, this full angle is equals to this full angle, alternate interior angles, because it is a transversal line। it means कि इन्हां दा जिहड़ा हाफ है that is angle 4 is equals to angle 7। ठीक है, हाफ करांगे ना, हाफ ऑफ एंगल QCA इज इक्वल्स टू हाफ ऑफ एंगल CS। हाफ मूरे लगा दूंगी दोनों साइड बेटे, दिस इम्प्लाइज हाफ ऑफ एंगल QAS इज इक्वल्स टू हाफ ऑफ एंगल सॉरी QCAS, हाफ ऑफ एंगल QCA इज इक्वल्स टू हाफ ऑफ एंगल CAS। दिस इंप्लाइज हाफ कि बराबर है बेटे? एंगल 4 इज इक्वल्स टू एंगल 7। ठीक है, जे इतों की आ गया, दिस इंप्लाइज एंगल 4 इज इक्वल्स टू एंगल 7। जे एंगल 4 एंगल 7 के इक्वल है, दिस इंप्लाइज के BC इज पैरेलल टू AD। जिमें इत्थे AB इज पैरेलल टू CD आया सी, इत्थे की आ गया कि BC इज पैरेलल टू AD। सो दिस इंप्लाइज BC इज पैरेलल टू AD। दिस इंप्लाइज दैट ABCD जे पैरेलल आ गई ऑपोजिट साइड्स, इट मीनस ABCD इज अ पैरेललोग्राम। जे ABCD पैरेललोग्राम है, हुण असीं की प्रूव करना है कि ABCD इज अ रैक्टेंगल। तो ABCD नूं पैरेललोग्राम रैक्टेंगल प्रूव करन दे लई मैं की कहूँगी, एंगल PAC एंड CAS, ये चारों एंगल्स दैट इज एंगल 1 प्लस एंगल 2 प्लस एंगल 7 प्लस 8। ठीक है ना, एंगल PAC प्लस एंगल CAS दोनों मिलके किहदे बराबर हो गए बेटे? 180 डिग्री दे। ठीक है, नाउ एंगल PAC प्लस एंगल CAS इज इक्वल्स टू
180 डिग्री वाई लीनियर पेयर बनता है। इट मीनस जे आप हाफ नाल मल्टीप्लाई कर दिए सारी साइड हाफ ऑफ एंगल PAC प्लस हाफ ऑफ एंगल CAS इज इक्वल्स टू हाफ ऑफ एंगल 180 डिग्री। 180 डिग्री का हाफ कितना हो गया 90 डिग्री और हाफ ऑफ एंगल PAC दैट इज एंगल 2 एंड हाफ ऑफ एंगल CAS दैट इज एंगल 7 कंसीडर करांगे। इट मीनस एंगल 2 प्लस एंगल 7 इज इक्वल्स टू 90 डिग्री आ गया इत्थों, ठीक है ना। दिस इंप्लाइज हाफ इज एंगल 2 प्लस एंगल 7 इज इक्वल्स टू 90 डिग्री। दिस इंप्लाइज दैट वन एंगल इज 90 डिग्री, ठीक है ना। वन एंगल इन पैरेललोग्राम ABCD इज ऑफ 90 डिग्री। जे एक भी एंगल 90 डिग्री का बन जाता दिस इंप्लाइज दैट सारे ही एंगल 90 डिग्री के होंगे। दिस इंप्लाइज ABCD इज अ रैक्टेंगल। यही चीज़ असी फस्ट क्वेश्चन के फस्ट एग्जाम्पल प्रूव की सी, ठीक है। दैट्स ऑल फॉर टुडे। थैंक यू, हैव अ नाइस डे।